ਅਤਿੰਦਰਪਾਲ ਸਿੰਘ ਜੀ, ਮੈਂ ਤੁਹਾਨੂੰ ਪਹਿਲਾਂ ਨਹੀਂ ਸੀ ਜਾਣਦਾ, ਪਰ ਇਸ ਵੀਡੀਓ ਤੋਂ ਬਾਅਦ ਮੈਂ ਇਸ ਗੱਲੋਂ ਖੁਸ਼ ਹਾਂ ਕਿ ਤੁਹਾਡੇ ਵਰਗੇ ਬੰਦੇ ਨੂੰ ਮੈਂ ਪਹਿਲਾਂ ਨਹੀਂ ਸੀ ਜਾਣਦਾ। ਤੁਸੀਂ ਬਹੁਤ ਕੁਝ ਮਸੀਹਤ ਖਿਲਾਫ ਬੋਲਿਆ ਆਪਣੇ ਵੀਡੀਓ ਵਿੱਚ। ਤੁਸੀਂ ਪ੍ਰਭੂ ਯਿਸੂ ਮਸੀਹ ਦੇ ਖਿਲਾਫ ਵੀ ਬੋਲੇ ਅਤੇ ਕਈ ਗੱਲਾਂ ਤੁਸੀਂ ਬੜੇ ਹੀ ਸਖਤ ਸ਼ਬਦਾਂ ਵਿੱਚ ਕਹੀਆਂ। ਮੇਰਾ ਇਹ ਵੀਡੀਓ ਕੇਵਲ ਅਤੇ ਕੇਵਲ ਤੁਹਾਡੀਆਂ ਗੱਲਾਂ ਦਾ ਜਵਾਬ ਹੈ। ਮੈਂ ਪਰਪਸਲੀ ਸਿੱਖੀ ਖਿਲਾਫ ਜਾਂ ਗੁਰੂਆਂ ਖਿਲਾਫ ਨਹੀਂ ਬੋਲਣਾ ਚਾਹੁੰਦਾ। ਉਹਦਾ ਰੀਜ਼ਨ ਬਿਲਕੁਲ ਸਾਫ਼ ਹੈ ਕਿ ਮਸੀਹਾਂ ਦਾ ਮਨ ਨੀਵਾਂ ਅਤੇ ਮੱਤ ਉੱਚੀ ਆ। ਅਸੀਂ ਲੜਾਈ ਝਗੜੇ, ਗਾਲੀ ਗਲੋਚ, ਬਦਮਾਸ਼ੀ, ਗੁੰਡਾਗਰਦੀ, ਮਾਰ ਕੁਟਾਈ ਕਰਨ ਵਿੱਚ ਭਰੋਸਾ ਨਹੀਂ ਰੱਖਦੇ। ਪਰ ਤੁਹਾਡੀ ਮੱਤ ਨੀਵੀਂ ਅਤੇ ਮਨ ਉੱਚੇ ਨੇ, ਜਿਸ ਕਰਕੇ ਤੁਸੀਂ ਜਲਦੀ ਹੀ ਬਦਮਾਸ਼ੀ 'ਤੇ ਉਤਰ ਆਉਂਦੇ ਹੋ। ਤੁਹਾਡਾ ਸਭ ਦਾ ਹਾਜ਼ਮਾ ਇੰਨਾ ਖਰਾਬ ਹੋ ਜਾਂਦਾ ਹੈ ਕਿ ਛੇਤੀ ਹੀ ਤੁਹਾਨੂੰ ਬੇਅਦਬੀ ਵਾਲਾ ਬੁਖਾਰ ਚੜ੍ਹ ਜਾਂਦਾ। ਇਸ ਲਈ ਮੇਰੇ ਵੀਡੀਓ ਨੂੰ ਕੇਵਲ ਤੁਹਾਡੇ ਵੀਡੀਓ ਦਾ ਜਵਾਬ ਹੀ ਸਮਝਿਓ। ਜੋ ਤਲਖ ਲਫ਼ਜ਼ ਤੁਸੀਂ ਵਰਤੇ, ਮੈਂ ਉਹਨਾਂ ਤੋਂ ਥੋੜ੍ਹਾ ਘੱਟ ਹੀ ਬੋਲਿਆ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਵਰਗੇ ਤਿੱਖੇ ਸ਼ਬਦ ਵਰਤ ਕੇ ਮੈਂ ਤੁਹਾਡੇ ਧਰਮ ਦੀ ਬੇਅਦਬੀ ਕਰਾਂ। ਇਹ ਬਸ ਉਸ ਆਵਾਜ਼ ਦੀ ਗੂੰਜ ਹੈ ਜੋ ਤੁਸੀਂ ਦਿੱਤੀ ਸੀ। ਵੀਡੀਓ ਦੀ ਸ਼ੁਰੂਆਤ 'ਚ ਤੁਸੀਂ ਕਿਹਾ ਤਥਾ ਕਥਿਤ ਪਾਸਟਰ। ਅਤਿੰਦਰਪਾਲ ਜੀ, ਕੀ ਅਸੀਂ ਕਦੀ ਕਿਹਾ ਤਥਾ ਕਥਿਤ ਜਥੇਦਾਰ, ਤਥਾ ਕਥਿਤ ਗ੍ਰੰਥੀ, ਤਥਾ ਕਥਿਤ ਰਾਗੀ, ਤਥਾ ਕਥਿਤ ਨਿਹੰਗ, ਤਥਾ ਕਥਿਤ ਕੀਰਤਨੀਏ? ਗੱਲ ਨੂੰ ਸ਼ੁਰੂ ਕਰਨ ਵੇਲੇ ਆਪਣੀ ਉਮਰ, ਦਾੜੀ ਅਤੇ ਧਰਮ ਦਾ ਖਿਆਲ ਰੱਖ ਕੇ ਤੁਹਾਨੂੰ ਗੱਲ ਕਰਨੀ ਚਾਹੀਦੀ ਸੀ। ਚਰਚ ਵਿੱਚ ਹੋਣ ਵਾਲੀ ਬੰਦਗੀ ਨੂੰ ਤੁਸੀਂ ਆਰਕੈਸਟਰਾ ਕਿਹਾ। ਪਰਮੇਸ਼ਵਰ ਦਾ ਗੁਣਗਾਨ ਕਰਨਾ, ਗੀਤ ਭਜਨ ਗਾ ਕੇ ਉਹਦੀ ਉਸਤਤ ਵਡਿਆਈ ਕਰਨੀ, ਇਸ ਨੂੰ ਤੁਸੀਂ ਆਰਕੈਸਟਰਾ ਵਜਾਉਣਾ ਕਿਹਾ ਹੈ। ਤਾਂ ਫਿਰ ਗੁਰੂ ਨਾਨਕ ਨਾਲ ਬਾਲਾ ਤੇ ਮਰਦਾਨਾ ਵੀ ਸਾਜ਼ ਵਜਾਉਂਦੇ ਤੇ ਗਾਉਂਦੇ ਸਨ। ਕੀ ਉਹ ਵੀ ਆਰਕੈਸਟਰਾ ਸੀ? ਤੁਹਾਡੇ ਹਰ ਰਾਗੀ ਕੀਰਤਨੀ ਨੂੰ ਆਰਕੈਸਟਰਾ ਕਿਹਾ ਜਾਵੇ ਤਾਂ ਤੁਹਾਡਾ ਕੀ ਰਿਸਪੌਂਸ ਹੋਵੇਗਾ? ਅਤਿੰਦਰਪਾਲ ਜੀ, ਆਰਕੈਸਟਰਾ ਉਹ ਨਹੀਂ ਹੁੰਦਾ। ਆਰਕੈਸਟਰਾ ਉਹ ਹੁੰਦਾ ਜੋ ਤੁਹਾਡੇ ਵਿਆਹ ਸ਼ਾਦੀਆਂ ਅਤੇ ਹੋਰਨਾਂ ਫੰਕਸ਼ਨਾਂ ਵਿੱਚ ਵੱਜਦਾ ਹੈ ਅਤੇ ਜਿਸ ਵਿੱਚ ਤੁਹਾਡੇ ਧਰਮ ਦੀਆਂ ਹੀ ਡਾਂਸਰਾਂ ਨੱਚਦੀਆਂ ਨੇ ਤੇ ਤੁਹਾਡੇ ਵਰਗੇ ਬੁੱਢੇ ਸ਼ਰਾਬੀ ਹੋ ਕੇ ਦਾੜੀ ਵਾਲ ਖਿਲਾਰ ਕੇ ਗੰਦ ਪਾਉਂਦੇ ਨੇ, ਲਿਟਦੇ ਫਿਰਦੇ ਹੋ। ਉਹ ਆਰਕੈਸਟਰਾ ਹੁੰਦਾ ਹੈ। ਤੁਸੀਂ ਬੜੇ ਸਵਾਲ ਖੜੇ ਕੀਤੇ ਕਿ ਮੈਨੂੰ ਇਹ ਦਿਖਾਓ ਕਿ ਬਾਈਬਲ ਵਿੱਚ ਕਿੱਥੇ ਲਿਖਿਆ, ਮੈਨੂੰ ਉਹ ਦਿਖਾਓ ਕਿ ਕਿੱਥੇ ਲਿਖਿਆ। ਰਹੀ ਗੱਲ ਬਾਈਬਲ ਦੇ ਵਿੱਚ ਕਿੱਥੇ ਕੀ ਲਿਖਿਆ, ਉਹ ਅਸੀਂ ਤੁਹਾਨੂੰ ਦੱਸੀਏ, ਦਿਖਾਈਏ ਕਿਉਂ? ਅਸੀਂ ਕਦੋਂ ਤੋਂ ਤੁਹਾਨੂੰ ਜਵਾਬਦੇਹ ਹੋ ਗਏ? ਨਾ ਤੁਸੀਂ ਸਾਨੂੰ ਜਵਾਬਦੇਹ ਹੋ ਕਿ ਤੁਹਾਡੇ ਗ੍ਰੰਥ ਵਿੱਚ ਕੀ ਲਿਖਿਆ ਹੈ ਅਤੇ ਨਾ ਅਸੀਂ ਤੁਹਾਨੂੰ ਜਵਾਬਦੇਹ ਹਾਂ। ਤੁਸੀਂ ਪਾਸਟਰ ਸਾਹਿਬਾਨਾਂ ਨੂੰ ਰੌਲਾ ਪਾ ਪਾ ਕੇ ਆਪਣੇ ਚੈਨਲ 'ਤੇ ਬੁਲਾ ਰਹੇ ਹੋ ਕਿ ਉਹ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਣ। ਕੀ ਉਹ ਤੁਹਾਡੇ ਗੁਲਾਮ ਨੇ? ਉਹ ਮਸੀਹ ਦੇ ਖਾਦਮ ਨੇ, ਤੁਹਾਡੇ ਨਹੀਂ। ਕੋਈ ਪਾਸਟਰ ਇੰਨਾ ਵਿਹਲਾ ਨਹੀਂ ਹੈ ਕਿ ਉਹ ਆਪਣੇ ਕੀਮਤੀ ਵਕਤ ਜਿਸ ਵਿੱਚ ਉਹ ਪ੍ਰਚਾਰ ਕਰ ਸਕਦੇ ਨੇ, ਉਸ ਟਾਈਮ ਨੂੰ ਖਰਾਬ ਕਰਕੇ ਉਹ ਤੁਹਾਡੇ ਨਾਲ ਮੱਥਾ ਲਾਉਣ। ਸਾਡੀ ਬਾਈਬਲ, ਸਾਡਾ ਵਿਸ਼ਵਾਸ, ਅਸੀਂ ਉਹਦਾ ਸਰਟੀਫਿਕੇਟ ਤੁਹਾਡੇ ਕੋਲੋਂ ਥੋੜ੍ਹੀ ਲੈਣਾ ਹੈ। ਤੁਹਾਡੇ ਚੈਨਲ ਤੇ ਆ ਕੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਨੂੰ ਅਸੀਂ ਤੁਹਾਡੇ ਗੁਲਾਮ ਥੋੜ੍ਹੀ ਹਾਂ। ਤੁਹਾਡੇ ਕੋਲ ਕੀ ਅਥਾਰਟੀ ਆ ਕਿ ਅਸੀਂ ਤੁਹਾਨੂੰ ਜਵਾਬਦੇਹ ਹੋਈਏ? ਅਸੀਂ ਤੁਹਾਡੇ ਸੂਰਜ ਪ੍ਰਕਾਸ਼ ਗ੍ਰੰਥ, ਤੁਰੀਆ ਚਰਿੱਤਰ, ਭੰਗ, ਅਫੀਮ ਬਾਰੇ ਕੋਈ ਸਵਾਲ ਕੀਤਾ ਤੁਹਾਨੂੰ? ਅਤਿੰਦਰਪਾਲ ਜੀ, ਤੁਸੀਂ ਹਰਨੇਕ ਸਿੰਘ ਨੇਕੀ, ਰਣਜੀਤ ਸਿੰਘ ਢੱਡਰੀਆਂ ਵਾਲੇ, ਡਾਕਟਰ ਰੰਗਰੇਟਾ ਦੇ ਸਵਾਲਾਂ ਦੇ ਜਵਾਬ ਹੀ ਦੇ ਦਿਓ ਤਾਂ ਤੁਹਾਡੇ ਧਰਮ ਦੀਆਂ ਗੱਲਾਂ ਤੁਹਾਡੇ ਧਰਮ ਤੱਕ ਹੀ ਰਹਿ ਜਾਣਗੀਆਂ, ਢੱਕੀਆਂ ਰਹਿਣਗੀਆਂ, ਰੌਲਾ ਨਹੀਂ ਪਊਗਾ। ਤੁਸੀਂ ਸੱਜਣ ਠੱਗ ਦੀ ਉਦਾਹਰਨ ਦਿੱਤੀ ਸੀ ਸਾਨੂੰ, ਪਰ ਮੇਰਾ ਮੰਨਣਾ ਹੈ ਕਿ ਇਹ ਉਦਾਹਰਨ ਤੁਸੀਂ ਸਾਨੂੰ ਨਾ ਦਿੰਦੇ ਤਾਂ ਚੰਗਾ ਸੀ। ਇਹ ਤਾਂ ਤੁਸੀਂ ਆਪਣੀ ਕੌਮ ਦੇ ਗੋਲਕ ਚੋਰਾਂ ਨੂੰ ਦਿਓ ਜੋ ਸਾਰੀ ਕੌਮ ਦਾ ਦਾਨ ਦਸਵੰਧ ਲੁੱਟ ਕੇ ਖਾ ਰਹੇ ਨੇ। ਤੁਸੀਂ ਕੋਈ ਇੱਕ ਬੰਦਾ ਲੱਭ ਲਓ ਆਪਣੀ ਕਮੇਟੀਆਂ ਵਿੱਚੋਂ ਜਿਹਨੇ ਗੁਰੂ ਘਰ ਨੂੰ ਨਾ ਖਾਧਾ ਹੋਵੇ, ਨਾ ਲੁੱਟਿਆ ਹੋਵੇ। ਮੌਜੂਦਾ ਜਾਂ ਸਾਬਕਾ ਪ੍ਰਧਾਨ, ਜਥੇਦਾਰ, ਬਾਦਲ ਲਾਣਾ, ਹਰ ਕੋਈ ਤਾਂ ਸੱਜਣ ਠੱਗ ਬਣ ਕੇ ਬੈਠਾ ਗੁਰੂ ਘਰਾਂ ਵਿੱਚ। ਅੱਗੇ ਗੱਲ ਕੀਤੀ ਬਾਈਬਲ ਬਦਲੀ ਜਾਣ ਦੀ। ਬਾਈਬਲ ਕੋਈ ਇੱਕ ਦਿਨ ਵਿੱਚ ਨਹੀਂ ਲਿਖੀ ਗਈ ਸੀ। ਉਹਦੀਆਂ ਅਸਲੀ ਮਨੂਸਕ੍ਰਿਪਟਸ ਅੱਜ ਵੀ ਮੌਜੂਦ ਨੇ ਜੋ ਨਸਲ ਦਰ ਨਸਲ ਲੋਕਾਂ ਨੇ ਸੰਭਾਲ ਕੇ ਰੱਖੀਆਂ ਨੇ। ਬਾਕੀ ਮੁੱਕਦੀ ਗੱਲ ਇਹ ਹੈ ਕਿ ਬਾਈਬਲ ਸਹੀ ਆ ਜਾਂ ਬਦਲੀ ਹੋਈ, ਉਹਦੇ ਨਾਲ ਤੁਹਾਨੂੰ ਕੀ ਮੁਸ਼ਕਲ ਖੜੀ ਹੋ ਗਈ? ਤੁਹਾਡਾ ਕੀ ਬਦਲਿਆ ਗਿਆ? ਤੁਸੀਂ ਉਸ ਬਾਬਤ ਸੋਚੋ ਜੋ ਗੁਰੂ ਨਾਨਕ ਨੇ ਦੱਸਿਆ, ਸਮਝਾਇਆ। ਤੁਸੀਂ ਉਸ ਸਭ ਦੇ ਉਲਟ ਜਿਹੜਾ ਪਖੰਡਵਾਦ ਅਪਣਾ ਲਿਆ, ਉਹਦੇ ਬਾਬਤ ਵਿਚਾਰ ਕਰੋ। ਬਾਈਬਲ ਜੇ ਬਦਲੀ ਵੀ ਗਈ ਹੋਵੇਗੀ, ਫਿਰ ਵੀ ਬਾਈਬਲ ਦੇ ਮੰਨਣ ਵਾਲੇ ਲੋਕ, ਬਾਈਬਲ ਦੇ ਅਨੁਸਾਰ ਚੱਲਣ ਵਾਲੇ ਦੇਸ਼ ਸਾਰਿਆਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਨੇ। ਉਹਨਾਂ ਦੇਸ਼ਾਂ ਵਿੱਚ ਸ਼ਾਂਤੀ, ਅਮਨੋ ਅਮਾਨ ਹੈ। ਜਦੋਂ ਤੱਕ ਤੁਸੀਂ ਉਹਨਾਂ ਦੇਸ਼ਾਂ ਵਿੱਚ ਜਾ ਕੇ ਬਦਮਾਸ਼ੀ, ਗੁੰਡਾਗਰਦੀ, ਨਸ਼ੇ ਪੱਤੇ, ਲੜਾਈ ਝਗੜੇ ਨਹੀਂ ਕਰਦੇ,
ਤੁਹਾਡੇ ਵਰਗੇ ਮੂਰਖ ਨੂੰ ਕਿਸ ਪਾਗਲ ਨੇ ਕਹਿ ਦਿੱਤਾ ਕਿ ਬਾਈਬਲ ਕਹਿੰਦੀ ਹੈ ਕਿ ਧਰਤੀ ਚਪਟੀ ਹੈ? ਇਸ ਗੱਲ ਨੂੰ ਤੁਹਾਡੇ ਵਰਗੇ ਬੇਵਕੂਫ ਸ਼ੁਰੂ ਤੋਂ ਹੀ ਉਛਾਲਦੇ ਆਏ ਨੇ ਅਤੇ ਮਸੀਹੀ ਵਿਦਵਾਨ ਸ਼ੁਰੂ ਤੋਂ ਹੀ ਤੁਹਾਨੂੰ ਜਵਾਬ ਦੇ ਦੇ ਕੇ ਭੰਡਦੇ ਰਹੇ ਨੇ। ਹਾਂ, ਤੁਹਾਡੇ ਗ੍ਰੰਥਾਂ ਵਿੱਚ ਐਸਾ ਬਹੁਤ ਕੁਝ ਲਿਖਿਆ ਹੋਇਆ ਜਿਸ ਨੂੰ ਪੁੱਛਣ ਤੇ ਹੀ ਤੁਹਾਡੀ ਬੇਅਦਬੀ ਹੋ ਜਾਣੀ ਆ। ਤੁਹਾਡੇ ਮੁਤਾਬਕ ਸਾਡਾ ਪ੍ਰਚਾਰ ਸਾਰਾ ਝੂਠ ਦਾ ਪ੍ਰਚਾਰ ਆ, ਪਰ ਸਾਡੇ ਮੁਤਾਬਕ ਤੁਹਾਡਾ ਕੁਝ ਵੀ ਤੁਹਾਡਾ ਨਹੀਂ। ਤੁਸੀਂ ਤਾਂ ਖੁਦ ਵੱਖ-ਵੱਖ ਕਵੀਆਂ ਤੋਂ ਲਿਖਤਾਂ ਲਈਆਂ, ਬਹੁਤ ਸਾਰੇ ਤਾਂ ਸਿੱਖ ਵੀ ਨਹੀਂ ਸੀ ਅਤੇ ਤੁਹਾਨੂੰ ਆਪਣੀਆਂ ਲਿਖਤਾਂ ਦੇਣ ਤੋਂ ਬਾਅਦ ਵੀ ਉਹ ਸਿੱਖ ਨਹੀਂ ਬਣੇ। ਉਹ ਆਪਣੇ ਵਿਸ਼ਵਾਸ ਅਨੁਸਾਰ ਹੀ ਜੀਵਨ ਜੀਂਦੇ ਰਹੇ, ਚਾਹੇ ਉਹ ਭਗਤ ਕਬੀਰ ਹੋਣ, ਭਗਤ ਰਵਿਦਾਸ ਹੋਣ, ਭਗਤ ਨਾਮਦੇਵ, ਭਗਤ ਰਾਮਾਨੰਦ, ਭਗਤ ਜੈਦੇਵ, ਸ਼ੇਖ ਫਰੀਦ, ਕੋਈ ਵੀ ਸਿੱਖ ਨਹੀਂ ਬਣਿਆ। ਤੁਹਾਡੇ ਗ੍ਰੰਥ ਨੂੰ ਲਿਖਣ ਦਾ ਕੰਮ 1601 ਈਸਵੀ ਵਿੱਚ ਸ਼ੁਰੂ ਹੋਇਆ ਤੇ 3 ਵਰ੍ਹਿਆਂ ਵਿੱਚ 1604 ਈਸਵੀ ਨੂੰ ਸੰਪੂਰਨ ਹੋਇਆ। ਉਸ ਦੇ ਲਿਖਾਰੀ ਭਾਈ ਗੁਰਦਾਸ ਸਨ। 1706 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁੜ ਤੋਂ ਭਾਈ ਮਨੀ ਸਿੰਘ ਤੋਂ ਲਿਖਵਾਇਆ, ਜਿਸ ਵਿੱਚ 9ਵੇਂ ਗੁਰੂ ਦੀ ਬਾਣੀ ਸ਼ਾਮਲ ਕੀਤੀ ਗਈ। ਹੁਣ ਕੀ ਅਸੀਂ ਕਦੀ ਕਿਹਾ ਕਿ ਤੁਹਾਡੇ ਗ੍ਰੰਥ ਨੂੰ ਬਦਲ ਦਿੱਤਾ ਗਿਆ? ਇਸ ਨੂੰ ਬਦਲਣਾ ਨਹੀਂ ਕਹਿੰਦੇ, ਇਹ ਰਿਵਾਈਜ਼ਡ ਵਰਜ਼ਨ ਹੈ। ਇੰਜ ਹੀ ਬਾਈਬਲ ਦੇ ਵੀ ਵਰਜ਼ਨ ਨੇ, ਉਹ ਬਦਲੀ ਨਹੀਂ ਗਈ ਜਿਵੇਂ ਤੁਹਾਡਾ ਗ੍ਰੰਥ ਨਹੀਂ ਬਦਲਿਆ ਗਿਆ। ਬਾਈਬਲ ਦੀ ਪਹਿਲੀ ਕਿਤਾਬ ਤਕਰੀਬਨ 1400 ਈਸਾ ਪੂਰਵ ਚ ਹਜ਼ਰਤ ਮੂਸਾ ਨੇ ਲਿਖੀ ਸੀ ਅਤੇ ਆਖਰੀ ਕਿਤਾਬ ਯੂਹੰਨਾ ਨੇ ਤਕਰੀਬਨ 90 ਈਸਵੀ ਵਿੱਚ ਲਿਖੀ ਸੀ। 1500 ਸਾਲ ਵਕਫੇ ਵਿੱਚ ਜਿਵੇਂ ਜਿਵੇਂ ਨਬੀ ਲਿਖਦੇ ਗਏ, ਕਿਤਾਬਾਂ ਬਾਈਬਲ ਵਿੱਚ ਜੁੜਦੀਆਂ ਗਈਆਂ। ਤੁਹਾਡੀ ਕਿਤਾਬ 3 ਸਾਲ ਵਿੱਚ ਲਿਖੀ ਗਈ ਤੇ ਫਿਰ 102 ਸਾਲ ਬਾਅਦ ਦੁਬਾਰਾ ਦੂਸਰੇ ਲਿਖਾਰੀ ਨੇ ਲਿਖ ਕੇ 9ਵੇਂ ਗੁਰੂ ਦੀ ਬਾਣੀ ਉਹਦੇ ਵਿੱਚ ਜੋੜੀ। ਤੁਹਾਨੂੰ 102 ਸਾਲਾਂ ਵਿੱਚ ਹੀ ਵਰਜ਼ਨ ਰਿਵਾਈਜ਼ ਕਰਨਾ ਪੈ ਗਿਆ ਤੇ ਅਸੀਂ 1500 ਸਾਲਾਂ ਵਿੱਚ ਜੇ ਹੋਰ ਕਿਤਾਬਾਂ ਜੋੜ ਕੇ ਆਪਣਾ ਗ੍ਰੰਥ ਮੁਕੰਮਲ ਕੀਤਾ ਹੈ ਤਾਂ ਇਹਨੂੰ ਤੁਸੀਂ ਬਦਲ ਦੇਣਾ ਕਿਵੇਂ ਕਹੋਗੇ? ਬਾਈਬਲ ਨੂੰ ਬਾਰ-ਬਾਰ ਝੂਠ ਕਹਿ ਕੇ ਤੁਸੀਂ ਬੇਅਦਬੀ ਤਾਂ ਕਰ ਹੀ ਰਹੇ ਹੋ, ਨਾਲ ਹੀ ਤੁਸੀਂ ਸਾਨੂੰ ਵੀ ਉਕਸਾ ਰਹੇ ਹੋ ਕਿ ਅਸੀਂ ਵੀ ਅੱਗੋਂ ਕੋਈ ਸਿੱਖੀ ਖਿਲਾਫ ਗੱਲ ਕਰੀਏ ਤੇ ਮਾਹੌਲ ਖਰਾਬ ਹੋਵੇ। ਇਹ ਸ਼ੈਤਾਨੀ ਤੁਹਾਡੀ ਨਹੀਂ ਚੱਲਣੀ। ਬਾਈਬਲ ਵਿੱਚ ਦਰਜ ਜੀਵਨ ਦੀ ਸ਼ੁਰੂਆਤ ਨੂੰ ਵੀ ਤੁਸੀਂ ਝੂਠ ਕਿਹਾ। ਅਤਿੰਦਰਪਾਲ ਜੀ, ਕੀ ਤੁਹਾਡੇ ਗ੍ਰੰਥ ਵਿੱਚ ਇਸ ਦਾ ਬਿਆਨ ਹੈ? ਕੀ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ ਕਿਸੇ ਗੁਰੂ ਨੇ ਵੇਰਵੇ ਨਾਲ ਦੱਸਿਆ ਕਿ ਧਰਤੀ, ਸੂਰਜ, ਚੰਦ, ਜਾਨਵਰ, ਇਨਸਾਨ ਕਿਵੇਂ ਬਣੇ? ਤੁਹਾਡੇ ਕੋਲ ਤਾਂ ਖੁਦ ਹਿੰਦੂ ਧਰਮ ਤੋਂ ਲਿਆ ਹੋਇਆ ਗਿਆਨ ਹੈ। ਜੋ ਉਹਨਾਂ ਬ੍ਰਹਮਾ, ਵਿਸ਼ਨੂੰ, ਸ਼ਿਵ ਦੇ ਹਵਾਲੇ ਦੱਸਿਆ ਉਹੀ ਤੁਸੀਂ ਕਾਪੀ ਪੇਸਟ ਕਰਤਾ। ਪਹਿਲਾ ਆਦਮੀ ਕੌਣ ਸੀ ਤੇ ਕਿਵੇਂ ਪੈਦਾ ਹੋਇਆ ਸੀ? ਤੁਸੀਂ ਸਾਇੰਸ ਦੀਆਂ ਬੜੀਆਂ ਐਗਜ਼ਾਮਪਲਾਂ ਦਿੱਤੀਆਂ। ਸਾਇੰਟਿਸਟੋ, ਕੀ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ ਪਹਿਲੇ ਪੂਰਵਜ ਕੌਣ ਸਨ? ਕੀ ਤੁਸੀਂ ਬਾਂਦਰਾਂ ਤੋਂ ਪੈਦਾ ਹੋਏ ਸੀ ਜਿੱਦਾਂ ਸਾਇੰਸ ਕਹਿੰਦੀ ਹੈ, ਜਾਂ ਫਿਰ ਜਿੱਦਾਂ ਹਿੰਦੂ ਗ੍ਰੰਥ ਕਹਿੰਦਾ ਹੈ ਮਨੂ ਤੋਂ? ਤੁਸੀਂ ਕਿੱਦਾਂ ਪੈਦਾ ਹੋਏ ਸੀਗੇ? ਤੁਹਾਡੀ ਹੋਂਦ ਕਿੱਦਾਂ ਆਈ? ਇਸਲਾਮ, ਮਸੀਹਤ ਤੇ ਯਹੂਦੀ ਤਾਂ ਮੰਨਦੇ ਨੇ ਕਿ ਜੋ ਵੀ ਮਨੁੱਖੀ ਜੀਵਨ ਹੈ ਉਹ ਆਦਮ ਤੋਂ ਪੈਦਾ ਹੋਇਆ। ਇਹ ਤਿੰਨੋਂ ਧਰਮ ਇਸ ਗੱਲ ਦੇ ਉੱਪਰ ਮਜ਼ਬੂਤ ਖੜੇ ਨੇ ਕਿ ਆਦਮ ਤੋਂ ਹੀ ਪਰਮੇਸ਼ਵਰ ਨੇ ਜੀਵਨ ਸ਼ੁਰੂ ਕੀਤਾ। ਤੁਹਾਡਾ ਕੀ ਮਤ ਹੈ? ਤੁਸੀਂ ਆਪਣੇ ਵਿਚਾਰ ਦੱਸੋ। ਤੁਸੀਂ ਆਦਮ ਤੋਂ ਆਏ ਹੋ ਕਿ ਮਨੂ ਤੋਂ ਆਏ ਹੋ ਕਿ ਬਾਂਦਰਾਂ ਤੋਂ ਆਏ ਹੋ? ਇਸ ਗੱਲ ਨੂੰ ਜਰਾ ਖੁੱਲ ਕੇ ਦੱਸਣਾ ਮੈਨੂੰ। ਤੁਸੀਂ ਪ੍ਰਭੂ ਯਿਸੂ ਮਸੀਹ ਤੇ ਵੀ ਸਵਾਲ ਚੁੱਕੇ ਕਿ ਉਹ ਸੂਲੀ ਉੱਤੇ ਕੁਰਬਾਨ ਨਹੀਂ ਹੋਏ। ਤੁਸੀਂ ਕਿਸੇ ਕੱਪੜੇ ਦੀ ਵੀ ਗੱਲ ਕੀਤੀ। ਆਪਣੀ ਗੱਲ ਨੂੰ ਯਕੀਨੀ ਬਣਾਉਣ ਲਈ ਤੁਸੀਂ ਪੋਪ ਸਾਹਿਬ ਦਾ ਨਾਮ ਲਿਆ ਅਤੇ ਸਕਰੀਨਸ਼ਾਟ ਵੀ ਡਿਸਪਲੇ ਕੀਤਾ। ਅਤਿੰਦਰਪਾਲ ਜੀ, ਅਸੀਂ ਬਾਈਬਲ ਨੂੰ ਮੰਨਦੇ ਹਾਂ, ਮਸੀਹ ਯਿਸੂ ਨੂੰ ਮੰਨਦੇ ਹਾਂ, ਅਸੀਂ ਕਿਸੇ ਇਨਸਾਨ ਨੂੰ ਨਹੀਂ ਮੰਨਦੇ। ਪੋਪ ਸਾਹਿਬ ਨੇ ਜੋ ਵੀ ਕਿਹਾ ਹੋਏਗਾ ਉਹਨਾਂ ਨੇ ਆਪਣੇ ਨਿਸ਼ਚਾ ਅਨੁਸਾਰ, ਆਪਣੇ ਵਿਸ਼ਵਾਸ ਅਨੁਸਾਰ, ਆਪਣੀ ਸੋਚ ਅਨੁਸਾਰ ਕਿਹਾ ਹੋਏਗਾ। ਉਹ ਜਿਹੜੀਆਂ ਕਿਤਾਬਾਂ ਦਾ ਤੁਸੀਂ ਹਵਾਲਾ ਦੇ ਰਹੇ ਹੋ, ਜੀਸਸ ਡਾਈਡ, ਜੀਸਸ ਲਿਵਡ, ਜੀਸਸ ਇਨ ਸ਼੍ਰੀਨਗਰ, ਕਸ਼ਮੀਰ, ਉਹ ਸਾਰੀਆਂ ਕਿਤਾਬਾਂ ਕਿਸੇ ਬੰਦੇ ਨੇ ਲਿਖੀਆਂ ਨੇ, ਉਹ ਸਾਡੇ ਗ੍ਰੰਥ ਨਹੀਂ ਆ। ਇਦਾਂ ਹੀ ਤੁਹਾਡੇ ਗ੍ਰੰਥਾਂ ਦੇ ਉੱਪਰ, ਤੁਹਾਡੇ ਧਰਮ ਦੇ ਉੱਪਰ ਅਗਰ ਕੋਈ ਕਿਤਾਬਾਂ ਕਿਸੇ ਨੇ ਲਿਖੀਆਂ ਨੇ, ਚਾਹੇ ਉਹਦੇ ਵਿਰੋਧ ਦੇ ਵਿੱਚ ਨੇ, ਅਸੀਂ ਉਹਨਾਂ ਕਿਤਾਬਾਂ ਦਾ ਸਹਾਰਾ ਲੈ ਕੇ ਤੁਹਾਨੂੰ ਝੂਠੇ ਸਾਬਿਤ ਨਹੀਂ ਕਰਨਾ। ਤੁਸੀਂ ਉਹਨਾਂ ਕਿਤਾਬਾਂ ਨੂੰ ਨਹੀਂ ਮੰਨਦੇ, ਤੁਸੀਂ ਆਪਣੇ ਗ੍ਰੰਥ ਨੂੰ ਜਿਵੇਂ ਮੰਨਦੇ ਹੋ ਉਵੇਂ ਸਾਡਾ ਗ੍ਰੰਥ ਬਾਈਬਲ ਹੈ। ਜੋ ਸਾਡੀ ਬਾਈਬਲ ਕਹਿੰਦੀ ਹੈ ਕਿ ਮਸੀਹ ਨੇ ਸਲੀਬ ਦੇ ਉੱਪਰ ਕੁਰਬਾਨੀ ਦਿੱਤੀ, ਆਪਣੇ ਪ੍ਰਾਣ ਤਿਆਗੇ, ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ। ਮੋਰ ਓਵਰ ਤੁਸੀਂ ਕਿੰਨੇ ਕੁ ਪੜ੍ਹੇ ਲਿਖੇ ਹੋ, ਉਹ ਤੁਹਾਡੀ ਅੰਗਰੇਜ਼ੀ ਜੋ ਤੁਸੀਂ ਪੜ੍ਹੀ ਹੈ ਨਾ, ਜੋ ਤੁਸੀਂ ਬੋਲੀ ਹਾਲੋ ਹਾਲੋ ਦਾਓ ਦਾਓ, ਉਹ ਉੱਥੋਂ ਪਤਾ ਲੱਗ ਗਿਆ ਕਿ ਤੁਸੀਂ ਕਿਸ ਕੈਲੀਬਰ ਦੇ ਮਾਲਕ ਹੋ। ਇਸ ਕਰਕੇ ਤੁਹਾਡੇ ਨਾਲ ਜ਼ਿਆਦਾ ਬਹਿਸ ਕਰਨੀ ਨਾ, ਤੁਹਾਡੇ ਨਾਲ ਜ਼ਿਆਦਾ ਸਾਇੰਸ ਦੀ, ਇੰਗਲਿਸ਼ ਦੀ ਗੱਲ ਕਰਨੀ, ਮੈਨੂੰ ਲੱਗਦਾ ਕਿ ਉਹ ਤੁਹਾਡੇ ਸਿਰ ਤੋਂ ਲੰਘ ਜਾਣੀ ਉੱਪਰੋਂ। ਤੇ ਮੈਂ ਤੁਹਾਡੇ ਲੈਵਲ ਤੇ ਗੱਲ ਕਰਦਾ। ਉਹ ਗੱਲ ਇਦਾਂ ਕਿ ਚਲੋ ਜੇ ਪੋਪ ਕੁਝ ਕਹਿਣ, ਕੋਈ ਬਿਆਨ ਦੇਣ ਤਾਂ ਉਹ 100% ਉਂਝ ਹੀ ਮੰਨ ਲੈਣਾ ਚਾਹੀਦਾ ਹੈ। ਤੁਹਾਡੇ ਬਿਆਨ ਮੁਤਾਬਕ ਮੈਂ ਤੁਹਾਡੇ ਨਾਲ ਸਹਿਮਤ ਹਾਂ। ਹੁਣ ਤੁਸੀਂ ਦੱਸੋ ਕਿ ਜੇ ਪਿਓ ਕੁਝ ਕਹੇ ਔਰ ਬੇਟਾ ਉਸ ਨੂੰ ਨਕਾਰ ਦੇਵੇ ਤਾਂ ਮਤਲਬ ਕਿ ਕੋਈ ਇੱਕ ਸਹੀ ਹੈ ਤੇ ਦੂਸਰਾ ਗਲਤ ਹੈ, ਜਾਂ ਫਿਰ ਦੋਨੋਂ ਗਲਤ ਹਨ? ਕਿਉਂਕਿ ਜੇ ਦੋਨੋਂ ਸਹੀ ਹੋਣ ਤਾਂ ਫਿਰ ਉਹਨਾਂ ਨੂੰ ਆਪਸ ਵਿੱਚ ਸਹਿਮਤ ਹੋ ਜਾਣਾ ਚਾਹੀਦਾ ਹੈ। ਗੁਰੂ ਨਾਨਕ ਨੇ ਹਿੰਦੂ ਧਰਮ ਛੱਡ ਕੇ ਧਰਮ ਪਰਿਵਰਤਨ ਕਰਕੇ ਸਿੱਖੀ ਅਪਣਾਈ, ਸਿੱਖੀ ਦੀ ਸ਼ੁਰੂਆਤ ਕੀਤੀ, ਪਰ ਉਹਨਾਂ ਦੇ ਘਰੋਂ ਹੀ ਉਹਨਾਂ ਦੇ ਪੁੱਤਰ ਸ਼੍ਰੀ ਚੰਦ ਨੇ ਉਹਨਾਂ ਦਾ ਖੰਡਨ ਕਰਤਾ। ਉਹਨਾਂ ਸਿਰੇ ਤੋਂ ਸਿੱਖੀ ਨੂੰ ਨਕਾਰ ਦਿੱਤਾ ਅਤੇ ਆਪਣਾ ਨਵਾਂ ਧਰਮ, ਉਦਾਸੀ ਮਤ ਸ਼ੁਰੂ ਕੀਤਾ। ਹੁਣ ਪ੍ਰਭੂ ਯਿਸੂ ਮਸੀਹ ਅਤੇ ਪੋਪ ਦੇ ਬਿਆਨ ਦੀ ਜਗ੍ਹਾ ਤੇ ਜਿਹਨੂੰ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਉਸੇ ਜਗ੍ਹਾ ਤੇ ਉੱਪਰ ਤੁਸੀਂ ਗੁਰੂ ਨਾਨਕ ਨੂੰ ਔਰ ਸ਼੍ਰੀ ਚੰਦ ਨੂੰ ਰੱਖ ਕੇ ਆਪਾਂ ਇਸ ਪੂਰੇ ਸਿਨੈਰੀਓ ਨੂੰ ਦੁਬਾਰਾ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ। ਪੋਪ ਦੇ ਬਿਆਨ ਔਰ ਯਿਸੂ ਮਸੀਹ ਦੇ ਜਗ੍ਹਾ ਤੇ ਤੁਸੀਂ ਗੁਰੂ ਨਾਨਕ ਔਰ ਸ਼੍ਰੀ ਚੰਦ ਨੂੰ ਰੱਖ ਕੇ ਦੇਖੋ
ਤਾਂ ਜਿਵੇਂ ਤੁਸੀਂ ਪੋਪ ਦਾ ਸਹਾਰਾ ਲੈ ਕੇ ਪ੍ਰਭੂ ਯਿਸੂ ਮਸੀਹ ਦਾ ਖੰਡਨ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਦੇ ਜਨਮ ਮਰਨ ਵਿੱਚ ਹਜ਼ਾਰਾਂ ਸਾਲ ਦਾ ਫਰਕ ਹੈ, ਉਸੇ ਤਰ੍ਹਾਂ ਹੀ ਅਸੀਂ ਵੀ ਕੀ ਇਸ ਗੱਲ ਨੂੰ ਸਾਬਿਤ ਕਰ ਸਕਦੇ ਹਾਂ ਕਿ ਗੁਰੂ ਨਾਨਕ ਔਰ ਸ਼੍ਰੀ ਚੰਦ ਦਾ ਸਹਾਰਾ ਲੈ ਕੇ ਅਸੀਂ ਤੁਹਾਡੇ ਧਰਮ ਨੂੰ ਨਕਾਰ ਦਈਏ? ਗੁਰੂ ਨਾਨਕ ਔਰ ਸ਼੍ਰੀ ਚੰਦ ਤਾਂ ਇੱਕੋ ਵੇਲੇ ਇੱਕੋ ਘਰ 'ਚ ਮੌਜੂਦ ਸਨ। ਉਹਨਾਂ ਦਾ ਤਾਂ ਜੀਵਨ ਮਰਨ ਦਾ ਵੀ ਸੇਮ ਟਾਈਮ ਪੀਰੀਅਡ ਸੀਗਾ। ਤੁਸੀਂ ਸਾਇੰਟਿਸਟ ਦਾ ਵੇਰਵਾ ਦੇ ਕੇ ਝੂਠ ਸੱਚ ਨੂੰ ਬੇਨਕਾਬ ਕਰਨਾ ਚਾਹਿਆ, ਪਰ ਸਾਇੰਸ ਦੇ ਨਾਲ ਹੀ ਕਿਵੇਂ ਸਾਬਿਤ ਕਰੋਗੇ ਕਿ ਪੱਥਰ ਵਿੱਚ ਪੰਜਾ ਲੱਗ ਸਕਦਾ ਹੈ? ਕਿੱਦਾਂ ਸਾਬਿਤ ਕਰੋਗੇ ਸਾਇੰਸ ਨਾਲ ਕਿ ਇੱਕ ਦੀਵਾਰ ਜਿਹੜੀ ਗਿਰ ਰਹੀ ਹੋਈ ਉਹਨੂੰ ਇੱਕ ਬੰਦਾ ਇੱਕੋ ਹੱਥ ਨਾਲ ਰੋਕ ਸਕਦਾ ਹੈ? ਕਿੰਜ ਸਾਬਿਤ ਕਰੋਗੇ ਸਾਇੰਸ ਦੇ ਨਾਲ ਕਿ ਕਾਂ ਜਿਹੜਾ ਆ ਉਹਦਾ DNA ਬਦਲਿਆ ਜਾਏਗਾ ਬਗਲੇ ਦੇ DNA ਦੇ ਵਿੱਚ ਜਦੋਂ ਉਹ ਸਰੋਵਰ 'ਚ ਡੁਬਕੀ ਮਾਰ ਲਏਗਾ? ਸਾਇੰਸ ਨਾਲ ਕਿਵੇਂ ਸਾਬਿਤ ਕਰੋਗੇ ਕਿ ਕਾਬਾ ਆਪਣੀਆਂ ਨੀਹਾਂ ਤੋਂ ਪੱਟਿਆ ਗਿਆ ਔਰ ਜਿੱਧਰ ਨੂੰ ਗੁਰੂ ਨਾਨਕ ਦੇ ਪੈਰ ਗਏ ਉਧਰ ਨੂੰ ਕਾਬਾ ਘੁੰਮ ਗਿਆ? ਅਜੋਕੇ ਵੇਲੇ ਤਾਂ 1.25 ਲੱਖ ਨਾਲ ਇੱਕ ਬੰਦਾ ਲੜ ਸਕਦਾ, ਕਿਉਂਕਿ ਰਸਾਇਣਕ ਹਥਿਆਰਾਂ ਦੀ ਮਾਰ ਬਹੁਤ ਹੈ ਅਤੇ ਉਹ ਰਸਾਇਣਕ ਹਥਿਆਰ ਇੱਕ ਹੀ ਬੰਦਾ ਚਲਾ ਸਕਦਾ ਹੈ। ਅੱਜ ਕੱਲ 1.25 ਲੱਖ ਨਾਲ ਲੜਨ ਵਾਸਤੇ ਇੱਕ ਬੰਦੇ ਨੂੰ ਸਿੱਖ ਹੋਣ ਦੀ ਵੀ ਲੋੜ ਨਹੀਂ, ਪਰ 1705 ਈਸਵੀ ਵਿੱਚ 1.25 ਲੱਖ ਨਾਲ ਇੱਕ ਬੰਦਾ ਕਦੋਂ ਲੜਿਆ ਸੀ? ਇਹ ਤੁਸੀਂ ਪਲੀਜ਼ ਮੈਨੂੰ ਵੇਰਵੇ ਨਾਲ ਸਮਝਾਇਓ। ਉਸ ਵੇਲੇ ਤਾਂ ਅਨੰਦਪੁਰ ਦਾ ਕਿਲਾ ਖੋਹੇ ਜਾਣ ਤੇ ਤੁਹਾਡੇ 40 ਸਿੱਖ ਗੁਰੂ ਨੂੰ ਇਕੱਲਾ ਛੱਡ ਕੇ ਆਪਣੇ ਘਰ ਭੱਜ ਗਏ ਸੀ। ਉਹ ਤਾਂ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਫਿਰ ਮਾਈ ਭਾਗੋ ਨੇ ਮਨਾ ਕੇ ਲਿਆਂਦਾ ਸੀ। 1.25 ਲੱਖ ਨਾਲ ਲੜਨ ਵਾਲਾ ਕਨਸੈਪਟ ਕੰਮ ਨਹੀਂ ਸੀ ਕਰ ਸਕਿਆ। ਤੁਸੀਂ ਬੜੇ ਵੱਡੇ ਸ਼ਬਦ ਵਰਤੇ, ਝੂਠ, ਫਰੇਬ, ਕੁਫਰ, ਵਹਿਮਾਂ, ਭਰਮਾਂ ਆਦਿ। ਤਾਂ ਸਭ ਤੋਂ ਵੱਡਾ ਝੂਠ ਜੋ ਤੁਸੀਂ ਅੱਜ ਤੱਕ ਬੋਲਣੋਂ ਨਹੀਂ ਹਟੇ ਉਹ ਹੈ ਕਿ ਸਿੱਖਾਂ ਨੇ ਹਿੰਦੂ ਧਰਮ ਨੂੰ ਬਚਾਇਆ। ਹਿੰਦੂ ਕੁੜੀਆਂ ਦੀ ਇੱਜ਼ਤ ਨਾ ਬਚਦੀ ਹੈ ਜੇ ਸਿੱਖ ਸ਼ਹੀਦੀ ਨਾ ਦਿੰਦੇ। ਇਸ ਤੋਂ ਵੱਡਾ ਕੋਈ ਝੂਠ ਨਹੀਂ ਹੈ। ਅਤਿੰਦਰਪਾਲ ਸਿੰਘ ਜੀ ਖੁਦ ਨੂੰ ਸੁਪੀਰੀਅਰ, ਤਾਕਤਵਰ, ਹਿੰਮਤਵਰ, ਬਲਵਾਨ ਦਿਖਾਉਣ ਤੋਂ ਇਲਾਵਾ ਇਹ ਹੋਰ ਕੁਝ ਵੀ ਨਹੀਂ। ਹਿੰਦੂਆਂ ਨੂੰ ਕਮਜ਼ੋਰ, ਕੁਚਲੇ ਹੋਏ, ਬੇਬਸ ਵਿਖਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਕੀ ਮਹਾਭਾਰਤ ਅਤੇ ਰਾਮਾਇਣ ਵਿੱਚ ਲੜਨ ਵਾਲੇ ਹਿੰਦੂ ਪੰਜਾਬ ਵਿੱਚ ਤੁਹਾਡੇ ਪੈਰੀ ਪੈ ਕੇ ਆਪਣੀਆਂ ਕੁੜੀਆਂ ਦੀ ਇੱਜ਼ਤ ਬਚਾਉਣ ਦੀ ਭੀਖ ਮੰਗ ਰਹੇ ਸਨ? ਔਰ ਕਿਹੜੇ ਹਿੰਦੂ? ਸਾਰੇ ਗੁਰੂ ਤਾਂ ਖੁਦ ਹਿੰਦੂ ਖੱਤਰੀ ਬਰਾਦਰੀ ਵਿੱਚੋਂ ਸਨ। ਉਹ ਤਾਂ ਖੁਦ ਹਿੰਦੂ ਸਨ। ਹੁਣ ਇਸ ਤੋਂ ਅੱਗੇ ਮੈਂ ਜੋ ਕੁਝ ਬੋਲਣਾ ਚਾਹੁੰਦਾ ਹਾਂ ਉਹਦੇ ਨਾਲ ਤੁਹਾਡੇ ਧਰਮ ਦੀ ਬੇਅਦਬੀ ਹੋ ਜਾਣੀ ਹੈ। ਇਸ ਲਈ ਇਸ ਗੱਲ ਨੂੰ ਇੱਥੇ ਖਤਮ ਕਰਦਾ। ਵੀਡੀਓ ਵਿੱਚ ਅੱਗੇ ਤੁਸੀਂ ਕਿਹਾ ਮਸੀਹੀ ਲੋਕ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਹਨ। ਸਿੱਖੀ ਦੀ ਸ਼ੁਰੂਆਤ ਵਿੱਚ ਜਦ ਗੁਰੂ ਨਾਨਕ ਦੇ ਪੁੱਤਰ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਬਾਅਦ ਵਿੱਚ ਹਰ ਹਿੰਦੂ ਘਰ ਵਿੱਚੋਂ ਪਹਿਲਾ ਮੁੰਡਾ ਸਿੱਖ ਬਣਾਉਣ ਦਾ ਰਿਵਾਜ ਚੱਲ ਪਿਆ। ਜਦ ਬਾਕੀ ਸਾਰਾ ਟੱਬਰ ਹਿੰਦੂ ਹੁੰਦਾ ਸੀ ਤਾਂ ਕਿਹੜਾ ਲਾਲਚ ਦਿੱਤਾ ਸੀ ਤੁਸੀਂ ਹਿੰਦੂਆਂ ਨੂੰ ਕਿ ਉਹ ਇੱਕ ਮੁੰਡੇ ਨੂੰ ਸਿੱਖ ਬਣਾਉਣ ਲੱਗ ਪਏ? ਮਤਲਬ ਕਿ ਅੱਜ ਜੋ ਵੀ ਸਿੱਖ ਹਨ ਬੇਸਿਕਲੀ ਉਹਨਾਂ ਦਾ DNA ਹਿੰਦੂ ਧਰਮ ਵਾਲਾ ਹੈ। ਪਰ ਉਹ ਕਿਹੜਾ ਲਾਲਚ ਸੀ ਜੋ ਸ਼੍ਰੀ ਚੰਦ ਨੇ ਮਨਾ ਕਰਤਾ ਤੇ ਦੂਜੇ ਲੋਕਾਂ ਨੇ ਮੰਨ ਲਿਆ? ਜੇ ਧਰਮ ਪਰਿਵਰਤਨ ਲਾਲਚ ਵਸ ਹੀ ਹੁੰਦਾ ਹੈ ਤਾਂ ਤੁਸੀਂ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਕਿੰਨੇ ਦਾ ਚੈੱਕ ਲੋਕਾਂ ਨੂੰ ਦਿੰਦੇ ਹੋ? ਬਾਕੀ ਜੇ ਤੁਹਾਡੀ ਕੌਮ ਦੇ ਲੋਕ ਲਾਲਚ ਵਸ ਮਸੀਹਤ ਵਿੱਚ ਆ ਰਹੇ ਨੇ ਤਾਂ ਇਹ ਤੁਹਾਡੇ ਲਈ ਹੀ ਸ਼ਰਮ ਦੀ ਗੱਲ ਹੈ, ਡੁੱਬ ਮਰਨ ਦੀ ਗੱਲ ਹੈ ਤੁਹਾਡੇ ਲਈ ਕਿ ਤੁਹਾਡੀ ਕੌਮ ਔਰ ਤੁਹਾਡੇ ਲੋਕ ਵਿਕਾਊ ਨੇ। ਉਹ ਲਾਲਚ ਵਸ ਤੁਹਾਡੇ ਧਰਮ ਨੂੰ ਛੱਡ ਕੇ, ਤੁਹਾਡੇ ਗ੍ਰੰਥ ਨੂੰ ਛੱਡ ਕੇ, ਤੁਹਾਡੇ ਗੁਰੂਆਂ ਨੂੰ ਛੱਡ ਕੇ ਕੁਝ ਪੈਸਿਆਂ ਲਈ ਸਾਡੇ ਦਰ ਤੇ ਆ ਰਹੇ ਨੇ। ਅਤਿੰਦਰਪਾਲ ਸਿੰਘ ਜੀ ਤੁਸੀਂ ਫੇਲੀਅਰ ਹੋ, ਤੁਸੀਂ ਲੂਜ਼ਰ ਹੋ, ਤੁਸੀਂ ਆਪਣਾ ਪ੍ਰਚਾਰ ਨਹੀਂ ਕਰ ਸਕੇ। ਹੁਣ ਇਹੀ ਦੇਖ ਲਓ ਕਿ ਤੁਹਾਡੇ ਜਥੇਦਾਰ ਤੋਂ ਲੈ ਕੇ ਤੁਹਾਡੇ ਤੱਕ ਹਰ ਕੋਈ ਸਿੱਖ ਇਸ ਗੱਲ ਦਾ ਰੌਲਾ ਪਾ ਰਿਹਾ ਕਿ ਮਸੀਹਤ ਖਿਲਾਫ ਕੂੜ ਪ੍ਰਚਾਰ ਕਿਵੇਂ ਕੀਤਾ ਜਾਵੇ। ਹੁਣ ਤੱਕ ਤੁਸੀਂ ਆਪਣਾ ਪ੍ਰਚਾਰ ਸਾਡੇ ਪੈਰਲਲ ਨਹੀਂ ਕਰ ਸਕੇ, ਬਸ ਸਾਡੇ ਖਿਲਾਫ ਕੂੜ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਅਤਿੰਦਰਪਾਲ ਜੀ ਤੁਹਾਨੂੰ ਲੈਂਗੁਏਜ ਦੀ ਵੀ ਥੋੜੀ ਘੱਟ ਹੀ ਜਾਣਕਾਰੀ ਜਾਪਦੀ ਮੈਨੂੰ। ਇੱਕ ਤਾਂ ਤੁਹਾਡੇ ਬੋਲਣ ਦਾ ਜਿਹੜਾ ਤਰੀਕਾ ਆ ਉਹ ਠੇਠ ਪੰਜਾਬੀ ਨਹੀਂ ਹੈ। ਲੱਗਦਾ ਤੁਸੀਂ ਕਿਤੇ ਨਾ ਪੰਜਾਬ ਤੋਂ ਬਾਹਰ ਵਸਦੇ ਹੋ, ਪੰਜਾਬੋਂ ਬਾਹਰ ਹੋ, ਪਰ ਕੋਈ ਡਰਾਮਾ ਬਣਾਉਣ ਵਾਸਤੇ, ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਣ ਵਾਸਤੇ ਤੁਸੀਂ ਪੰਜਾਬੀ ਚ ਆਏ ਹੋ। ਖੈਰ, ਸੰਗਤ ਸ਼ਬਦ ਮਸੀਹਾ ਨੇ ਵਰਤਿਆ ਤਾਂ ਤੁਸੀਂ ਕਿਹਾ ਕਿ ਇਹ ਕਿਉਂ ਬੋਲਿਆ, ਇਹ ਗੁਰਮਤ ਦਾ ਲਫ਼ਜ਼ ਹੈ। ਅਤਿੰਦਰਪਾਲ ਜੀ ਜਿਹੜੇ ਕੈਮਰੇ ਤੇ ਤੁਸੀਂ ਵੀਡੀਓ ਬਣਾ ਰਹੇ ਹੋ, YouTube ਤੇ ਅਪਲੋਡ ਕਰ ਰਹੇ ਹੋ, ਜਿਸ ਭਾਸ਼ਾ ਵਿੱਚ ਤੁਸੀਂ ਆਪਣਾ ਨਾਮ ਲਿਖਿਆ ਵੀਡੀਓ ਤੇ ਟਾਈਟਲ ਵਿੱਚ, ਤੁਹਾਡੇ ਚੈਨਲ ਦਾ ਨਾਮ ਕੁਛ ਵੀ ਗੁਰਮਤ ਦਾ ਨਹੀਂ। ਨਾ ਸਿੱਖਾਂ ਦਾ ਕੈਮਰਾ, ਨਾ ਸਿੱਖਾਂ ਦਾ ਵਾਈਫਾਈ, ਨਾ ਸਿੱਖਾਂ ਦਾ ਟੈਲੀਕਾਮ ਨੈਟਵਰਕ, ਨਾ ਸਿੱਖਾਂ ਦਾ YouTube। ਫਿਰ ਜੇ ਤੁਸੀਂ ਗੈਰ ਸਿੱਖ ਚੀਜ਼ਾਂ ਵਰਤ ਕੇ ਆਪਣੇ ਆਪ ਨੂੰ ਬੜਾ ਸੂਝਵਾਨ ਵਿਖਾਉਣਾ ਹੈ ਅਤੇ ਕਿਸੇ ਨੇ ਇਤਰਾਜ਼ ਵੀ ਨਹੀਂ ਕੀਤਾ ਤਾਂ ਹੁਣ ਅਸੀਂ ਸੰਗਤ ਸ਼ਬਦ ਵਰਤ ਲਿਆ ਤਾਂ ਤੁਹਾਨੂੰ ਮਰੋੜ ਕਿਉਂ ਲੱਗ ਗਏ? ਇੰਗਲਿਸ਼ ਦਾ ਇੱਕ ਸ਼ਬਦ ਹੈ ਕੌਂਗਰੀਗੇਸ਼ਨ, ਜਿਸ ਦਾ ਸਿੱਧਾ ਪੰਜਾਬੀ ਤਰਜਮਾ ਹੈ ਸੰਗਤ। ਪੰਜਾਬੀ ਭਾਸ਼ਾ ਪੰਜਾਬ ਦੀ ਭਾਸ਼ਾ ਹੈ, ਗੁਰਮਤ ਦੀ ਨਹੀਂ। ਤੁਸੀਂ ਕਿਰਪਾ ਕਰਕੇ ਆਪਣੇ ਕਾਪੀਰਾਈਟ ਆਪਣੇ ਕੋਲ ਹੀ ਰੱਖੋ। ਵੈਸੇ ਕਾਪੀਰਾਈਟ ਵੀ ਗੁਰਮਤ ਦਾ ਲਫ਼ਜ਼ ਨਹੀਂ ਹੈ। ਤੁਸੀਂ ਸਾਨੂੰ ਭੰਡਦੇ ਹਿੰਦੂਤਵ ਦੀ ਵੀ ਗੱਲ ਛੇੜ ਲਈ ਕਿ ਅਸੀਂ ਅਤੇ ਉਹਨਾਂ ਨੇ ਸਭ ਤੁਹਾਡਾ ਚੋਰੀ ਕੀਤਾ ਹੋਇਆ। ਅਤਿੰਦਰਪਾਲ ਜੀ ਸਿੱਖ ਹਿੰਦੂਆਂ ਵਿੱਚੋਂ ਨਿਕਲੇ ਨੇ, ਚੋਰੀ ਹਿੰਦੂਆਂ ਨੇ ਨਹੀਂ ਤੁਸੀਂ ਕੀਤੀ ਹੈ। ਨਵੇਂ ਬੈਨਰ ਥੱਲੇ ਤੁਸੀਂ ਨਵੀਂ ਦੁਕਾਨ ਖੋਲ ਕੇ ਬਹਿ ਗਏ, ਪਰ ਮਾਲ ਉਹੀ ਪੁਰਾਣਾ ਹੀ ਹੈ ਤੁਹਾਡੇ ਕੋਲ ਹਿੰਦੂਆਂ ਵਾਲਾ। ਤੁਹਾਡੇ ਕੋਲ
ਆਰਤੀ ਦਾ ਕਨਸੈਪਟ ਹੈਗਾ ਤੁਸੀਂ ਆਪਣੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਦੇ ਅੱਗੇ ਬੈਠ ਕੇ ਚੋਰੀ ਕੀਤੀ ਹੋਈ ਆਰਤੀ ਕਰਦੇ ਹੋ। ਮਤਲਬ ਗੁਰੂ ਗ੍ਰੰਥ ਨੂੰ ਵੀ ਜੋ ਭੇਂਟ ਕਰਦੇ ਹੋ ਉਹ ਵੀ ਚੋਰੀ ਦੀ ਆਰਤੀ। ਚੋਰੀ ਦਾ ਕਨਸੈਪਟ ਤੁਹਾਡੇ ਵਿੱਚ ਬਹੁਤ ਜ਼ਿਆਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ, ਪਾਰਵਤੀ, ਇੰਦਰ, ਯਮ, ਗਣੇਸ਼, ਪਵਨ, ਇਹ ਸਾਰੇ ਤਾਂ ਹਿੰਦੂ ਭਗਵਾਨ ਦੇਵੀ ਦੇਵਤੇ ਹਨ, ਪਰ ਤੁਹਾਡੇ ਗ੍ਰੰਥਾਂ ਵਿੱਚ ਮੌਜੂਦ ਨੇ। ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤੁਸੀਂ ਇਹਨਾਂ ਦੇ ਨਾਮ ਲੈਂਦੇ ਹੋ, ਇਹਨਾਂ ਦੀ ਉਸਤਤ ਵੰਦਨਾ ਕਰਦੇ ਹੋ। ਤੁਸੀਂ ਤਾਂ ਭਗਵਾਨ ਵੀ ਉਧਾਰਾ ਲਿਆ ਹੋਇਆ ਹਿੰਦੂਆਂ ਤੋਂ। ਤੁਸੀਂ ਨਜਾਇਜ਼ ਬਲਾਤਕਾਰੀ ਸ਼ਬਦ ਤੇ ਬਹੁਤ ਜ਼ੋਰ ਦੇ ਕੇ ਸਾਨੂੰ ਸੰਬੋਧਿਤ ਕੀਤਾ। ਕਿਹੜਾ ਨਜਾਇਜ਼ ਕੰਮ ਹੈ ਜੋ ਤੁਸੀਂ ਨਹੀਂ ਕਰਦੇ? ਤੁਹਾਡੇ ਵਿੱਚੋਂ ਜਾਇਜ਼ ਤਰੀਕੇ ਨਾਲ ਮਸੀਹ ਦੇਸ਼ਾਂ ਵਿੱਚ ਕੌਣ ਜਾਂਦਾ? ਤੁਹਾਡੇ ਜਾਇਜ਼ ਮੁੰਡੇ ਆਪਣੀਆਂ ਜਾਇਜ਼ ਸਕੀਆਂ ਭੈਣਾਂ ਨਾਲ ਵਿਆਹ ਕਰਵਾ ਕੇ ਨਜਾਇਜ਼ ਤਰੀਕੇ ਨਾਲ ਅਮਰੀਕਾ ਵੱਲ ਨੂੰ ਭਜਦੇ ਨੇ। ਤੁਹਾਡੇ ਧਰਮ ਦੇ ਸਹੁਰੇ ਆਪਣੀਆਂ ਸਕੀਆਂ ਨੂੰਹਾਂ ਨਾਲ ਵਿਆਹ ਕਰਵਾ ਕੇ ਮਸੀਹ ਦੇਸ਼ਾਂ ਦਾ PR ਲੈ ਰਹੇ ਨੇ। ਵਿਦੇਸ਼ਾਂ ਵਿੱਚ ਜਾ ਕੇ ਵੀ ਤੁਸੀਂ ਹਰ ਨਜਾਇਜ਼ ਕੰਮ ਕਰਦੇ ਹੋ। ਜਿਸ ਦੇਸ਼ ਦਾ ਖਾਂਦੇ ਹੋ ਉਸ ਨੂੰ ਨਜਾਇਜ਼ ਤਰੀਕੇ ਨਾਲ ਤੋੜਨਾ ਚਾਹੁੰਦੇ ਹੋ। ਭਾਰਤ ਦੇਸ਼ ਨੂੰ ਤੋੜ ਕੇ ਖਾਲਿਸਤਾਨ ਬਣਾਉਣ ਦਾ ਨਜਾਇਜ਼ ਸੁਪਨਾ ਪੂਰਾ ਨਹੀਂ ਹੋਣਾ। ਤੁਸੀਂ ਤਾਂ ਬਸ ਆਪਣੇ ਨਾਮ ਪਿੱਛੇ ਸਰਨੇਮ ਲਗਾ ਕੇ ਫੀਲਿੰਗ ਲੈ ਲਓ। ਗੁਰੂ ਦੀ ਹਜ਼ੂਰੀ ਵਿੱਚ ਪ੍ਰਧਾਨਗੀ ਦੀ ਕੁਰਸੀ ਲਈ ਤੁਸੀਂ ਕਿਵੇਂ ਛਿੱਤਰੋ ਛਿੱਤਰੀ ਹੁੰਦੇ ਹੋ, ਡਾਂਗੋ ਡਾਂਗ ਹੁੰਦੇ ਹੋ, ਗਾਲੀ ਗਲੋਚ ਕਰਦੇ ਹੋ। ਉਸ ਨੂੰ ਜਾਇਜ਼ ਕਹੋਗੇ ਜਾਂ ਨਜਾਇਜ਼? ਤੁਹਾਡੇ ਇਹੀ ਵੀਡੀਓ ਦੱਸ ਰਹੇ ਹਨ, ਤੁਹਾਡੇ ਇਹੀ ਰਿਐਕਸ਼ਨ ਦੱਸ ਰਹੇ ਨੇ ਕਿ ਤੁਸੀਂ ਸਿੱਖੀ ਪ੍ਰਚਾਰ ਕਰਨ ਤੇ ਫੇਲ ਹੋ ਗਏ ਹੋ। ਤੁਹਾਨੂੰ ਮਸੀਹਤ ਦਾ ਪ੍ਰਚਾਰ ਡਰਾ ਰਿਹਾ ਹੈ। ਬਾਰ-ਬਾਰ ਪੰਜਾਬ ਦੀ ਧਰਤੀ ਦਾ ਰੌਲਾ ਪਾ ਰਹੇ ਹੋ। ਤੁਹਾਡੇ ਕੋਲ ਪੰਜਾਬ ਦੀ ਧਰਤੀ ਦੀ ਰਜਿਸਟਰੀ ਹੈ? ਤੁਸੀਂ ਆਪਣੇ ਨਾਮ ਲਿਖਵਾਈ ਪੰਜਾਬ ਦੀ ਧਰਤੀ? ਇਹ ਸਭ ਦੀ ਸਾਂਝੀ ਧਰਤੀ ਆ। ਗੁਰੂ ਨਾਨਕ ਤੋਂ ਪਹਿਲਾਂ ਸਿੱਖੀ ਨਹੀਂ ਸੀ, ਪਰ ਪੰਜਾਬ ਦੀ ਧਰਤੀ ਸੀ। ਤੁਹਾਡਾ ਧਰਮ ਬਾਅਦ ਚ ਆਇਆ ਇੱਥੇ। ਇਹ ਧਰਤੀ ਤੁਹਾਡੀ ਨਹੀਂ ਹੈ, ਇਹ ਧਰਤੀ ਪੰਜਾਬ ਦੀ ਧਰਤੀ ਹੈ। ਇਹ ਪਹਿਲਾਂ ਹਿੰਦੂਆਂ ਦੀ ਧਰਤੀ ਸੀ। ਤੁਸੀਂ ਜਬਰੀ ਕਬਜ਼ਾ ਕੀਤਾ ਇਸ ਉੱਪਰ। ਹੁਣ ਮਸੀਹਤ ਦੇ ਪ੍ਰਚਾਰ ਕਰਕੇ ਡਰ ਰਹੇ ਹੋ ਕਿ ਜਿਵੇਂ ਤੁਸੀਂ ਹਿੰਦੂਆਂ ਕੋਲੋਂ ਧਰਤੀ ਖੋਹ ਲਈ ਹੈ, ਕਿਤੇ ਮਸੀਹ ਵੀ ਤੁਹਾਡੇ ਕੋਲੋਂ ਨਾ ਖੋਹ ਲੈਣ। ਉਹ ਡਰੋ ਨਾ ਖਾਲਿਸਤਾਨੀ ਜੀ, ਡਰੋ ਨਾ। ਕਿਉਂ ਡਰਦੇ ਹੋ? ਮਸੀਹਾਂ ਨੇ ਤਾਂ ਆਪਣੇ ਦੇਸ਼ਾਂ ਵਿੱਚ ਵੀ ਤੁਹਾਡੇ ਅੱਤਵਾਦੀਆਂ ਨੂੰ, ਫੈਡਰੇਸ਼ਨ ਵਾਲਿਆਂ ਨੂੰ ਪਨਾਹ ਦਿੱਤੀ ਸੀ। ਜਦੋਂ ਉਹ ਨਜਾਇਜ਼ ਤਰੀਕੇ ਨਾਲ ਇੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਲਈ ਉੱਥੇ ਜਾ ਕੇ ਪੋਲੀਟੀਕਲ ਅਸਾਈਲਮ ਮੰਗਦੇ ਫਿਰਦੇ ਸੀ। ਮਸੀਹਾਂ ਨੇ ਉਹਨਾਂ ਭਗੌੜਿਆਂ ਨੂੰ ਵਾਪਸ ਪੰਜਾਬ ਦੀ ਧਰਤੀ ਤੇ ਨਹੀਂ ਸੀ ਭੇਜਿਆ। ਜਿੰਨੀ ਇਹ ਧਰਤੀ ਹਿੰਦੂ ਦੀ ਆ, ਓਨੀ ਹੀ ਸਿੱਖ ਦੀ ਆ ਤੇ ਓਨੀ ਹੀ ਮਸੀਹਾਂ ਦੀ ਆ। ਅਤਿੰਦਰਪਾਲ ਜੀ, ਜੇ ਤੁਸੀਂ ਜ਼ਿਆਦਾ ਹੀ ਔਖੇ ਹੋ ਤਾਂ ਨਨਕਾਣਾ ਸਾਹਿਬ ਚਲ ਜਾਓ ਪਲੀਜ਼, ਜਾਂ ਫਿਰ ਪਟਨਾ ਸਾਹਿਬ ਚਲ ਜਾਓ। ਸਾਨੂੰ ਪੰਜਾਬੀਆਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਦਿਓ। ਸ਼ਾਇਦ ਤੁਸੀਂ ਖੁਦ ਹਰਿਆਣੇ ਤੋਂ ਹੋ, ਤੁਹਾਨੂੰ ਪੰਜਾਬ ਦਾ ਇੰਨਾ ਹੀ ਦਰਦ ਹੈ ਤਾਂ ਪੰਜਾਬ ਦੇ ਪਾਣੀ ਦਾ ਮਸਲਾ ਚੁੱਕੋ, ਉਹ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ। ਤੁਹਾਨੂੰ ਮਸੀਹ ਪ੍ਰਚਾਰ ਤੋਂ ਵੀ ਬਹੁਤ ਤਕਲੀਫ ਆ। 4-4 ਮੀਲ ਤੱਕ ਲੰਬੇ ਸਮਾਗਮ ਤੁਹਾਨੂੰ ਬਹੁਤ ਡਰਾ ਰਹੇ ਨੇ, ਪਰ ਮੇਰੇ ਖਿਆਲ ਦੇ ਵਿੱਚ 4-4 ਮੀਲ ਲੰਬੇ ਸਮਾਗਮ ਤਾਂ ਤੁਸੀਂ ਵੀ ਕਰਦੇ ਹੋ। ਕੀ ਤੁਹਾਡੇ ਦੀਵਾਨ ਨਹੀਂ ਲੱਗਦੇ? ਕੀ ਤੁਹਾਡੇ ਮੇਲੇ ਨਹੀਂ ਲੱਗਦੇ? ਹੋਲੇ ਮਹੱਲੇ ਤੇ ਸਾਰੀਆਂ ਸੜਕਾਂ ਤੁਸੀਂ ਬੰਦ ਨਹੀਂ ਕਰਦੇ? ਥੋੜੀ ਦੂਰੀ ਤੇ ਤੁਸੀਂ ਪੰਡਾਲ ਲਾਏ ਹੁੰਦੇ ਨੇ, ਲੰਗਰ ਛਬੀਲਾਂ ਲਾਈਆਂ ਹੁੰਦੀਆਂ ਨੇ। ਉਸ ਵੇਲੇ ਕਾਨੂੰਨ ਤੁਹਾਨੂੰ ਯਾਦ ਨਹੀਂ ਆਉਂਦਾ? ਉਸ ਵੇਲੇ ਤੁਹਾਨੂੰ ਕਾਨੂੰਨ ਦੀ ਗੱਲ ਸਮਝ ਨਹੀਂ ਆਉਂਦੀ? ਤੁਸੀਂ ਕਹਿੰਦੇ ਹੋ ਅਸੀਂ ਪ੍ਰਸ਼ਾਸਨ ਨੂੰ ਪੈਸੇ ਦਿੰਨੇ ਆ। ਹੱਦ ਹੋ ਗਈ। ਅਸੀਂ ਤੁਹਾਡੇ ਬੰਦਿਆਂ ਨੂੰ ਵੀ ਪੈਸੇ ਦਿੰਨੇ ਆ, ਅਸੀਂ ਪ੍ਰਸ਼ਾਸਨ ਨੂੰ ਵੀ ਪੈਸੇ ਦਿੰਨੇ ਆ, ਯਾਨੀ ਕਿ ਅਸੀਂ ਅਮੀਰ ਹੋ ਗਏ, ਤੁਸੀਂ ਸਾਰੇ ਭੁੱਖੇ ਨੰਗੇ ਰਹਿ ਗਏ। ਵੱਡੇ ਲਾਊਡ ਸਪੀਕਰ ਕਿੱਥੇ ਲੱਗਦੇ ਨੇ? ਹਰ ਰੋਜ਼ ਸਵੇਰੇ ਸ਼ਾਮੀ ਕਿੱਥੇ ਵੱਜਦੇ ਨੇ ਸਪੀਕਰ? ਚਰਚਾਂ ਵਿੱਚ ਜਾਂ ਗੁਰਦੁਆਰਿਆਂ ਵਿੱਚ? ਗਰਮੀ ਬਹੁਤ ਆ ਤਿੰਦਰਪਾਲ ਜੀ, ਥੋੜਾ ਸਾਹ ਲੈ ਲਓ। ਕਾਲੀ ਚ ਕਿਤੇ ਹਾਰਟ ਅਟੈਕ ਹੀ ਨਾ ਕਰਾ ਲਿਓ। 2022 ਕੱਢ ਲਓ। ਉਹੀ ਗੱਲ ਕਰੀ ਜਾ ਰਹੇ ਹੋ ਜੋ ਸਿੱਖੀ ਵਿੱਚ ਹੁੰਦੀ ਹੈ, ਔਰ ਉਹਦਾ ਇਲਜ਼ਾਮ ਤੁਸੀਂ ਲਗਾ ਰਹੇ ਹੋ ਸਾਡੇ ਉੱਪਰ। ਮੈਂ ਤੁਹਾਡੇ ਨਾਲ ਬਸ ਇੱਕ ਗੱਲ ਤੇ ਸਹਿਮਤ ਹਾਂ ਕਿ ਅਸੀਂ ਤੁਹਾਡਾ ਪ੍ਰਚਾਰ ਨਹੀਂ ਰੋਕ ਸਕਦੇ ਅਤੇ ਵਿਦੇਸ਼ਾਂ ਵਿੱਚ ਗੁਰਦੁਆਰਿਆਂ ਵਿੱਚ ਤਾਲੇ ਨਹੀਂ ਲਗਵਾ ਸਕਦੇ, ਪਰ ਤੁਸੀਂ ਸਾਡੇ ਚਰਚਾ ਨੂੰ ਚੁਟਕੀ ਵਜਾਉਂਦੇ ਹੀ ਤਾਲੇ ਲਗਵਾ ਸਕਦੇ ਹੋ। ਮੈਂ ਬਿਲਕੁਲ 100% ਅਤਿੰਦਰਪਾਲ ਜੀ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ ਕਿ ਤੁਸੀਂ ਚੁਟਕੀ ਵਜਾਉਂਦੇ ਹੀ ਸਾਡੇ ਚਰਚਾ ਨੂੰ ਤਾਲੇ ਲਗਵਾ ਸਕਦੇ ਹੋ, ਔਰ ਅਸੀਂ ਕੁਝ ਨਹੀਂ ਕਰ ਸਕਦੇ। ਇਹ ਗੱਲ ਬਿਲਕੁਲ 16 ਨੇ ਸੱਚ ਕਹੀ ਹੈ। ਤੁਸੀਂ ਤਾਲੇ ਲਗਵਾ ਸਕਦੇ ਹੋ ਕਿਉਂਕਿ ਹਰ ਹਥਿਆਰ ਤੁਹਾਡੇ ਕੋਲ ਹੈ। ਬਦਮਾਸ਼ਾਂ ਦੀ ਇੱਕ ਵੱਡੀ ਫੌਜ ਤੁਹਾਡੇ ਕੋਲ ਹੈ। ਅਕਲ ਬੁੱਧ ਸਮਝ ਤੁਹਾਡੇ ਕੋਲ ਹੈ ਨਹੀਂ। ਕਾਨੂੰਨ ਦੀ ਇੱਜ਼ਤ ਤੁਸੀਂ ਕਰਨੀ ਨਹੀਂ। ਸਿਸਟਮ ਔਰ ਪ੍ਰਸ਼ਾਸਨ ਦੇ ਨਾਲ ਤੁਸੀਂ ਚੱਲਣਾ ਨਹੀਂ। ਮਾਰ ਕੁਟਾਈ ਗੁੰਡਾਗਰਦੀ ਤੋਂ ਤੁਸੀਂ ਡਰਨਾ ਨਹੀਂ। ਤੁਸੀਂ ਤਾਂ ਚੁਟਕੀ ਨਾਮ ਹੀ ਵਜਾਓ ਤਾਂ ਵੀ ਤਾਲੇ ਲੱਗ ਸਕਦੇ ਨੇ। ਕਿੰਨੇ ਸਾਲ ਤੁਸੀਂ ਪੰਜਾਬ ਚਾਹੇ ਕੁਝ ਤਾਂ ਕੀਤਾ। ਸਾਨੂੰ ਪ੍ਰਭੂ ਯਿਸੂ ਮਸੀਹ ਨੇ ਆ ਨਹੀਂ ਸਿਖਾਇਆ ਜੋ ਕੁਝ ਤੁਹਾਨੂੰ ਤੁਹਾਡੇ ਗ੍ਰੰਥਾਂ ਨੇ, ਤੁਹਾਡੇ ਧਰਮ ਨੇ ਸਿਖਾਇਆ। ਤੁਹਾਡਾ ਵੀਡੀਓ 18 ਮਿੰਟ 11 ਸਕਿੰਟ ਦਾ ਹੈ, ਪਰ ਮੈਂ 8 ਮਿੰਟ 40 ਸਕਿੰਟ ਤੋਂ ਵੱਧ ਇਹ ਬੇਵਕੂਫੀ ਵਾਲੀਆਂ ਗੱਲਾਂ ਨਹੀਂ ਸੁਣ ਸਕਿਆ। ਬੜਾ ਹਾਈ ਲੈਵਲ ਦਾ ਕੋਈ ਵਿਹਲਾ ਪਾਗਲ ਹੋਣਾ ਚਾਹੀਦਾ ਜੋ ਤੁਹਾਡੀ ਇਸ ਬਕਵਾਸ ਨੂੰ ਸੁਣ ਸਕੇ ਔਰ ਪੂਰਾ ਵੀਡੀਓ ਦੇਖ ਸਕੇ। ਮੇਰੀ ਹਿੰਮਤ ਜਵਾਬ ਦੇਗੀ, ਕਿਉਂਕਿ ਪਹਿਲੇ 8 ਮਿੰਟ ਤੋਂ ਹੀ ਪਤਾ ਲੱਗ ਗਿਆ ਕਿ ਅਗਲੇ 10 ਮਿੰਟਾਂ ਵਿੱਚ ਵੀ ਤੁਸੀਂ ਉਹੀ ਉਲਟੀਆਂ ਕੀਤੀਆਂ ਹੋਣੀਆਂ ਜੋ ਗੰਦ ਤੁਸੀਂ ਪਹਿਲੇ 8 ਮਿੰਟਾਂ ਵਿੱਚ ਖਿਲਾਰਿਆ। ਖੈਰ, ਤੁਹਾਡੀ ਸੋਚ ਉਨੀ ਹੀ ਛੋਟੀ ਹੈ ਜਿੰਨੀ ਤੁਹਾਡੀ ਦਾੜੀ ਲੰਬੀ ਹੈ। ਤੁਹਾਡੇ ਕੱਪੜੇ ਤਾਂ ਸਾਫ਼ ਨੇ, ਪਰ ਅੰਦਰ ਬਹੁਤ ਜ਼ਿਆਦਾ ਜ਼ਹਿਰ ਭਰਿਆ ਹੋਇਆ। ਤੁਸੀਂ ਸੱਪ ਤੋਂ ਵੀ ਜ਼ਿਆਦਾ ਵਿਸ਼ਾਲੇ ਲੱਗਦੇ ਹੋ। ਤੁਸੀਂ ਹਰ ਇੱਕ ਕੋਸ਼ਿਸ਼ ਕਰ ਲਈ ਕਿ ਮਸੀਹਾਂ ਨੂੰ ਉਕਸਾਇਆ ਜਾਵੇ, ਪਾਸਟਰਾਂ ਨੂੰ ਉਕਸਾਇਆ ਜਾਵੇ, ਔਰ ਉਹ ਪਾਸਟਰ ਤੁਹਾਡੇ ਖਿਲਾਫ ਕੋਈ ਨਾ ਕੋਈ ਬਿਆਨ ਦੇਣ ਔਰ ਪੰਜਾਬ ਦਾ ਮਾਹੌਲ ਖਰਾਬ ਹੋਵੇ। ਔਰ ਮੈਂ ਬਹੁਤ ਇਸ ਗੱਲ ਤੋਂ ਖੁਸ਼ ਹਾਂ ਕਿ ਪੰਜਾਬ ਦੇ ਪਾਸਟਰਾਂ ਨੇ ਤੁਹਾਨੂੰ ਕੋਈ ਰਿਐਕਸ਼ਨ ਨਹੀਂ ਦਿੱਤਾ। ਉਹਨਾਂ ਨੇ ਤੁਹਾਨੂੰ ਘਾਹ ਨਹੀਂ ਪਾਇਆ।
ਖੋਤਾ ਉਹਨਾਂ ਦੇ ਅੱਗੇ ਡਿੰਗਦਾ ਰਿਹਾ, ਪਰ ਉਹਨਾਂ ਨੇ ਘਾਹ ਨਹੀਂ ਪਾਇਆ ਔਰ ਉਹਨਾਂ ਨੂੰ ਪਤਾ ਸੀ ਕਿ ਇਸ ਖੋਤੇ ਨੂੰ ਘਾਹ ਪਾਣ ਜਾਵਾਂਗੇ ਤੇ ਇਹ ਖੋਤਾ ਦਲੱਤੀ ਮਾਰੇਗਾ। ਇਹ ਪਾਸਟਰਾਂ ਦੀ ਸੂਝਵਾਨ ਨੂੰ ਮੈਂ ਸਲਾਮ ਕਰਦਾ ਕਿ ਉਹਨਾਂ ਨੇ ਕੋਈ ਵੀ ਬਿਆਨ ਤੁਹਾਡੇ ਖਿਲਾਫ ਨਹੀਂ ਦਿੱਤਾ ਔਰ ਉਹਨਾਂ ਨੇ ਆਪਣਾ ਪ੍ਰਚਾਰ ਵੀ ਨਹੀਂ ਰੋਕਿਆ। ਮਸੀਹ ਨੇ ਉਹਨਾਂ ਦੀ ਡਿਊਟੀ ਲਾਈ ਹੈ ਪ੍ਰਚਾਰ ਕਰਨ ਦੀ, ਨਾ ਕਿ ਤੁਹਾਡੇ ਵਰਗਿਆਂ ਦੇ ਨਾਲ ਮੱਥਾ ਲਾਉਣ ਦੀ, ਨਾ ਕਿ ਤੁਹਾਡੇ ਵਰਗਿਆਂ ਦੇ ਨਾਲ ਟਾਈਮ ਖਰਾਬ ਕਰਨ ਦੀ, ਨਾ ਕਿ ਤੁਹਾਡੇ ਵਰਗਿਆਂ ਦੇ ਨਾਲ ਲੜਨ ਦੀ, ਨਾ ਕਿ ਤੁਹਾਡੇ ਵਰਗਿਆਂ ਨੂੰ ਹੌਸਲਾ ਅਫਜ਼ਾਈ ਦੇਣ ਲਈ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਤੁਹਾਡੀ ਸੋਚ ਹੈ ਜੀ, ਤੁਸੀਂ ਜੋ ਕਰਨਾ ਕਰੋ, ਕੋਸ਼ਿਸ਼ ਕਰਦੇ ਰਹੋ। ਅਤਿੰਦਰਪਾਲ ਸਿੰਘ ਜੀ, ਕੋਸ਼ਿਸ਼ ਕਰਦੇ ਰਹੋ। ਕੋਈ ਨਾ ਕੋਈ ਸਿਆਸੀ ਪਾਰਟੀ ਤੁਹਾਨੂੰ ਟਿਕਟ ਜ਼ਰੂਰ ਦੇਵੇਗੀ, ਤੁਸੀਂ ਇਹ ਕੋਸ਼ਿਸ਼ਾਂ ਕਰਦੇ ਰਹੋ। ਤੁਹਾਡੀਆਂ ਇਹਨਾਂ ਬੇਵਕੂਫੀਆਂ ਤੋਂ ਖੁਸ਼ ਹੋ ਕੇ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਸਿਆਸੀ ਪਾਰਟੀ ਟਿਕਟ ਦੇਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੋਈ ਨਾ ਕੋਈ ਮਿਨਿਸਟਰੀ ਪੋਸਟ ਜ਼ਰੂਰ ਲਵੋਗੇ, ਕਿਉਂਕਿ ਜੋ ਕਾਬਲੀਅਤ ਮਿਨਿਸਟਰ ਬਣਨ ਵਾਸਤੇ ਚਾਹੀਦੀ ਹੈ ਨਾ, ਉਹ ਸਾਰੀਆਂ ਬੇਵਕੂਫੀਆਂ ਵਾਲੀ ਕਾਬਲੀਅਤ ਮੈਨੂੰ ਤੁਹਾਡੇ 8 ਮਿੰਟਾਂ ਦੀ ਗੱਲਬਾਤ ਤੋਂ ਹੀ ਪਤਾ ਲੱਗ ਗਈਆਂ। ਜਿਉਂਦੇ ਵਸਦੇ ਰਹੋ। ਮੇਰਾ ਇਹ ਵੀਡੀਓ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਵੀਡੀਓ ਦੇ ਜਵਾਬ ਵਿੱਚ ਹੈ। ਇਸ ਦਾ ਕਿਸੇ ਵੀ ਧਰਮ ਨਾਲ, ਕਿਸੇ ਦੇ ਵਿਸ਼ਵਾਸ ਨਾਲ ਕੋਈ ਲੈਣਾ ਦੇਣਾ ਨਹੀਂ। ਸਵਾਲ ਤਾਂ ਮੈਂ ਕੋਈ ਨਹੀਂ ਪੁੱਛਿਆ, ਮੈਂ ਤਾਂ ਬਸ ਉਹਨਾਂ ਨੂੰ ਜਵਾਬ ਹੀ ਦਿੱਤਾ ਹੈ। ਸ਼ਾਇਦ ਉਹਨਾਂ ਨੂੰ ਕੌੜਾ ਲੱਗੇ, ਪਤਾ ਨਹੀਂ।